ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਆਰਮੀ ਬੇਸ ਦੇ ਉੱਪਰ। ਅੱਜ ਅਸੀਂ ਮੈਥ ਦੀ ਪਹਿਲੀ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਲਗਾਤਾਰ ਕੋਸ਼ਿਸ਼ ਸਾਡੀ ਰਹੂਗੀ ਕਿ ਲਗਾਤਾਰ ਸਾਡਾ ਜਲਦ ਤੋਂ ਜਲਦ ਜੋ ਆਰਮੀ ਦਾ ਸਿਲੇਬਸ ਹੈ ਅਸੀਂ ਇੱਥੇ ਕਵਰ ਕਰਨਾ ਹੈ, ਤਾਂ ਕਿ ਅਸੀਂ ਪੇਪਰ ਤੱਕ ਆਪਦੇ ਇਸ ਸਿਲੇਬਸ ਨੂੰ ਪੂਰਾ ਕਰ ਸਕੀਏ। ਇਸ ਚੈਨਲ ਦੇ ਉੱਪਰ ਤੁਹਾਨੂੰ ਜੀਕੇ, ਸਾਇੰਸ ਔਰ ਮੈਥ जीडी ਦੇ ਜੋ ਤਿੰਨੇ ਪੋਰਸ਼ਨ ਨੇ ਉਹ ਬੜੀ ਹੀ ਆਸਾਨੀ ਨਾਲ ਤੇ ਪੂਰੇ ਢੰਗ ਤਰੀਕੇ ਦੇ ਨਾਲ ਪੂਰੇ ਕਰਵਾਏ ਜਾਣਗੇ। ਔਰ ਤੁਸੀਂ ਇਹਨਾਂ ਵੀਡੀਓਜ਼ ਨੂੰ, ਇਹਨਾਂ ਸਿਲੇਬਸ ਦੀਆਂ ਜਿੰਨੀਆਂ ਵੀ ਵੀਡੀਓਜ਼ ਸਾਡੀਆਂ ਤੁਹਾਡੇ ਕੋਲ ਅਪਲੋਡ ਹੋਣਗੀਆਂ ਉਹਨਾਂ ਨੂੰ ਲਾਈਕ ਕਰਨਾ ਹੈ, ਸ਼ੇਅਰ ਕਰਨਾ ਹੈ ਔਰ ਸਪੋਰਟ ਕਰਨਾ ਹੈ। ਤਾਂ ਅੱਜ ਅਸੀਂ ਸ਼ੁਰੂ ਕਰਾਂਗੇ ਸਾਡੇ ਮੈਥ ਦਾ ਪਹਿਲਾ ਚੈਪਟਰ, ਅੰਕ ਗਣਿਤ ਦਾ ਨੰਬਰ ਸਿਸਟਮ ਮਤਲਬ ਸੰਖਿਆ ਪੱਧਤੀ। ਤਾਂ ਆਓ ਦੇਖਦੇ ਹਾਂ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਾਡੇ ਕੋਲ ਸੰਖਿਆਵਾਂ ਨੂੰ ਵੰਡਿਆ ਜਾਂਦਾ ਹੈ, ਜਾਂ ਸਾਨੂੰ ਫੌਜ ਦੇ ਲਈ ਕਿੰਨੀਆਂ ਸੰਖਿਆਵਾਂ ਨੂੰ ਅਸੀਂ ਯਾਦ ਕਰਨਾ ਹੈ, ਜਾਂ ਹੋਰ ਅੱਗੇ ਜਾ ਕੇ ਸਾਡੇ ਕੋਲ ਕੀ ਸੰਖਿਆਵਾਂ ਬਣਦੀਆਂ ਨੇ। ਤਾਂ ਅੱਜ ਦਾ ਸਾਡਾ ਜੋ ਚੈਪਟਰ ਹੈ ਉਹ ਹੈ ਨੰਬਰ ਸਿਸਟਮ ਸੰਖਿਆ ਪੱਧਤੀ। ਇਸ ਦੇ ਵਿੱਚ ਸਾਡੇ ਕੋਲ ਜੋ ਪਹਿਲੀ ਸੰਖਿਆ ਹੈ, ਮਤਲਬ ਜੋ ਸੰਖਿਆਵਾਂ ਦਾ ਬੰਟਵਾਰਾ ਕੀਤਾ ਜਾਂਦਾ ਹੈ, ਜਿਸ ਨਾਲ ਅਸੀਂ ਸਵਾਲਾਂ ਨੂੰ ਆਸਾਨੀ ਨਾਲ ਪਰਖ ਸਕਦੇ ਹਾਂ, ਜਾਂ ਜਿਨ੍ਹਾਂ ਨੂੰ ਅਸੀਂ ਸਵਾਲਾਂ ਨੂੰ ਸੋਲਵ ਕਰਨ ਦੇ ਵਿੱਚ ਘੱਟ ਸਮਾਂ ਗੁਜ਼ਾਰਦੇ ਹਾਂ, ਤਾਂ ਉਹਨਾਂ ਸਵਾਲਾਂ ਨੂੰ ਕਰਨ ਦੇ ਲਈ ਸਾਨੂੰ ਇਹਨਾਂ ਨੰਬਰਸ ਨੂੰ, ਮਤਲਬ ਜਿਹੜੀ ਸਾਡੇ ਕੋਲ ਗਿਣਤੀ ਹੈ, ਜੋ ਗਿਣਤੀ ਦੀ ਗੱਲ ਕਰੀਏ ਤਾਂ ਸਾਡੇ ਕੋਲ ਟੋਟਲ 10 ਅੱਖਰ ਨੇ ਗਿਣਤੀ ਦੇ, ਔਰ ਇਹਨਾਂ ਰਕਮਾਂ ਨੂੰ ਹੀ ਕੀ ਕੀਤਾ ਜਾਂਦਾ ਹੈ, ਵੰਡਿਆ ਜਾਂਦਾ ਹੈ ਕੁਝ ਕੈਟੇਗਰੀਜ਼ ਦੇ ਵਿੱਚ। ਇਹਨਾਂ 9 ਰਕਮਾਂ ਤੋਂ ਹੀ ਸਾਡੀ ਸਾਰੀ ਦੀ ਸਾਰੀ ਗਿਣਤੀ ਪੂਰੀ ਹੁੰਦੀ ਹੈ, ਔਰ 1 ਤੋਂ ਲੈ ਕੇ 9 ਤੱਕ ਸਾਡੇ ਕੋਲ ਅੰਕ ਨੇ ਜੋ ਉਹ ਅਸੀਂ ਅੱਗੇ ਜਾ ਕੇ 0 ਨਾਲ ਐਡ ਕਰਕੇ 10 ਔਰ 2 ਅੰਕਾਂ ਦੀ, ਫਿਰ 3 ਅੰਕਾਂ ਦੀ, ਫਿਰ 4 ਅੰਕਾਂ ਦੀ, ਇਸ ਤਰ੍ਹਾਂ ਉਸ ਨੂੰ ਸੰਖਿਆ ਨੂੰ ਅੱਗੇ ਵਧਾਉਂਦੇ ਜਾਂਦੇ ਹਾਂ ਔਰ ਉਹਨਾਂ ਦੀ ਕੈਟੇਗਰੀਜ਼ ਦੇ ਵਿੱਚ ਵੰਡਦੇ ਜਾਂਦੇ ਹਾਂ। ਅਸੀਂ ਪਹਿਲਾਂ ਇਹਨਾਂ ਦੀ ਕੈਟੇਗਰੀਜ਼ ਦੇਖੀਏ ਵੀ ਸਾਡੇ ਕੋਲ ਕਿਸ ਤਰ੍ਹਾਂ ਦੀ ਬਣਦੀ ਹੈ। ਸਭ ਤੋਂ ਪਹਿਲਾਂ ਜੇ ਇਹਨਾਂ ਦੇ ਵਿੱਚੋਂ ਅਸੀਂ ਗੱਲ ਕਰੀਏ, ਗਿਣਤੀ ਦੇ ਵਿੱਚੋਂ ਜੇ ਗੱਲ ਕਰੀਏ, ਟੋਟਲ ਸਾਡੇ ਕੋਲ ਨੰਬਰ ਸਿਸਟਮ ਦੀ ਜੋ ਪਹਿਲੀ ਕੈਟੇਗਰੀ ਹੈ, ਜੋ ਪਹਿਲੀ ਪ੍ਰਕਾਰ ਹੈ, ਉਹ ਹੈ ਪੂਰਨ ਸੰਖਿਆ। ਪੂਰਨ ਸੰਖਿਆ ਨੂੰ ਅੰਗਰੇਜ਼ੀ ਦੇ ਵਿੱਚ ਹੋਲ ਨੰਬਰ ਕਿਹਾ ਜਾਂਦਾ ਹੈ ਔਰ ਪੰਜਾਬੀ ਦੇ ਵਿੱਚ ਪੂਰਨ ਸੰਖਿਆ ਹੀ ਕਿਹਾ ਜਾਂਦਾ ਹੈ। ਪੂਰਨ ਸੰਖਿਆ ਦੀ ਜੇ ਗੱਲ ਕਰੀਏ, ਇਹ 0 ਤੋਂ ਸਟਾਰਟ ਹੁੰਦੀ ਹੈ ਔਰ ਸਾਡੇ ਕੋਲ ਧਨਾਤਮਕ ਅੱਖਰਾਂ ਵੱਲ ਨੂੰ ਵੱਧਦੀ ਹੋਈ ਇਸ ਤਰ੍ਹਾਂ ਅਣਗਿਣਤ ਤੱਕ ਚਲੀ ਜਾਂਦੀ ਹੈ, ਇਨਫਿਨਿਟੀ ਤੱਕ ਚਲੀ ਜਾਂਦੀ ਹੈ। ਸਾਡੇ ਅਗਲੀ ਜੋ ਕੈਟੇਗਰੀ ਹੈ ਸਾਡੀ, ਉਹ ਹੈ ਪ੍ਰਾਕਰਤ ਸੰਖਿਆ, ਔਰ ਇਸ ਨੂੰ ਪੰਜਾਬੀ ਦੇ ਵਿੱਚ ਪ੍ਰਕਰਤਕ ਸੰਖਿਆ ਵੀ ਬੋਲਿਆ ਜਾਂਦਾ ਹੈ। ਤਾਂ ਪ੍ਰਾਕਰਤ ਸੰਖਿਆ ਹੈ ਜੋ, ਇਸ ਨੂੰ ਸਾਡੇ ਕੋਲ ਪੰਜਾਬੀ ਦੇ ਵਿੱਚ ਪ੍ਰਕਰਤਕ ਔਰ ਅੰਗਰੇਜ਼ੀ ਦੇ ਵਿੱਚ ਨੈਚੁਰਲ ਨੰਬਰ ਬੋਲਿਆ ਜਾਂਦਾ ਹੈ। ਜੇ ਪ੍ਰਾਕਰਤਕ ਸੰਖਿਆ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਹੋਲ ਨੰਬਰ ਦੇ ਨਾਲੋਂ ਜਿਹੜੀ 0 ਹੈ ਇਹ ਕੱਟੀ ਜਾਂਦੀ ਹੈ, ਮਤਲਬ ਪੂਰਨ ਸੰਖਿਆ ਦੇ ਨਾਲੋਂ 0 ਨੂੰ ਛੱਡ ਕੇ ਬਾਕੀ ਜਿੰਨੇ ਵੀ ਸਾਡੇ ਕੋਲ ਧਨਾਤਮਕ ਅੰਕ ਹਨ ਉਹ ਸਾਰੇ ਦੇ ਸਾਰੇ ਇਸ ਕੈਟੇਗਰੀ ਦੇ ਵਿੱਚ ਆ ਜਾਂਦੇ ਨੇ। ਇਸ ਤਰ੍ਹਾਂ ਕਰਦੇ ਅਸੀਂ ਅਣਗਿਣਤ ਤੱਕ ਇਸ ਦੇ ਵੱਲ ਵੀ ਚਲੇ ਜਾਂਦੇ ਹਾਂ। ਅਗਲੀ ਜੋ ਸਾਡੀ ਕੈਟੇਗਰੀ ਹੈ ਉਹ ਹੈ ਸਮ ਸੰਖਿਆ। ਸਮ ਸੰਖਿਆ ਦਾ ਮਤਲਬ ਕੀ ਹੈ, ਜੋਟੇ ਵਾਲੀਆਂ ਰਕਮਾਂ। ਸਮ ਸੰਖਿਆ ਨੂੰ ਅੰਗਰੇਜ਼ੀ ਦੇ ਵਿੱਚ ਈਵਨ ਨੰਬਰ ਬੋਲਿਆ ਜਾਂਦਾ ਹੈ ਔਰ ਪੰਜਾਬੀ ਦੇ ਵਿੱਚ ਜਿਸਤ ਸੰਖਿਆ ਬੋਲਿਆ ਜਾਂਦਾ ਹੈ। ਯਾਦ ਰੱਖਣ ਵਾਸਤੇ ਜੱਜਾ ਜਿਸਤ ਔਰ ਜੱਜਾ ਜੋਟਾ, ਸਮ ਸੰਖਿਆਵਾਂ ਜੋਟੇ ਵਾਲੀਆਂ ਰਕਮਾਂ ਹੁੰਦੀਆਂ ਨੇ। ਔਰ ਸਾਡੇ ਕੋਲ ਪਹਿਲੇ ਜੋਟੇ ਵਾਲਾ ਅੰਕ ਹੈ ਜੋ ਉਹ 2 ਤੋਂ ਸ਼ੁਰੂ ਕੀਤਾ ਜਾਂਦਾ ਹੈ ਜੀਡੀ ਦੇ ਸਿਲੇਬਸ ਦੇ ਵਿੱਚ। ਵੈਸੇ 0 ਵੀ ਇੱਕ ਕੀ ਹੈ, ਸਮ ਸੰਖਿਆ ਹੈ, ਕਿਉਂਕਿ 2 ਨਾਲ ਪੂਰੀ ਭਾਗ ਹੋ ਜਾਂਦੀ। ਇਸ ਡਿਸਪਿਊਟ ਦੇ ਉੱਤੇ ਅਸੀਂ ਬਾਅਦ ਦੇ ਵਿੱਚ ਕਦੇ ਡਿਸਕਸ਼ਨ ਕਰਾਂਗੇ। ਲੇਕਿਨ ਸਾਡੇ ਕੋਲ ਜੋ ਪਹਿਲੀ ਸੰਖਿਆ ਹੈ ਜੋ ਜਿਸਤ ਹੈ ਉਹ 2, 4, 6, 8, 10, 12 ਇਸ ਤਰ੍ਹਾਂ ਚੱਲਦੀ ਹੋਈ ਇਹ ਵੀ ਕੀ ਹੈਗੀ, ਸਾਡੇ ਕੋਲ ਅਣਗਿਣਤ ਤੱਕ ਚਲੀ ਜਾਂਦੀ ਹੈ। ਅਗਲੀ ਜੀ ਸੰਖਿਆ ਦੀ ਅਸੀਂ ਗੱਲ ਕਰੀਏ, ਸਾਡੇ ਕੋਲ ਅਗਲੀ ਸੰਖਿਆ ਆਉਂਦੀ ਹੈ ਵਿਸ਼ਮ ਸੰਖਿਆ, ਔਰ ਵਿਸ਼ਮ ਸੰਖਿਆ ਨੂੰ ਅਸੀਂ ਪੰਜਾਬੀ ਦੇ ਵਿੱਚ ਬੋਲਦੇ ਹਾਂ ਟਾਂਕ ਸੰਖਿਆ। ਸਮ ਦੀ ਜੇ ਗੱਲ ਕਰੀਏ ਤਾਂ ਇਸ ਨੂੰ ਕੀ ਕਹਿੰਦੇ ਸੀ ਅਸੀਂ, ਜਿਸਤ ਸੰਖਿਆ, ਔਰ ਜੇ ਅਸੀਂ ਵਿਸ਼ਮ ਸੰਖਿਆ ਦੀ ਗੱਲ ਕਰੀਏ ਤਾਂ ਸਾਡੇ ਕੋਲ ਕੀ ਆਉਂਦਾ ਹੈ, ਟਾਂਕ ਸੰਖਿਆ। ਜੱਜਾ ਜਿਸਤ, ਜੱਜਾ ਜੋਟੇ, ਔਰ ਸਾਡੇ ਕੋਲ ਟਾਂਕ ਸੰਖਿਆ ਮਤਲਬ ਵਿਸ਼ਮ ਸੰਖਿਆ ਕਿਹੜੀ ਆ ਜਾਂਦੀ ਹੈ, ਕਲੀ ਵਾਲੀਆਂ ਰਕਮਾਂ ਆ ਜਾਂਦੀਆਂ ਹਨ। ਜਿਵੇਂ ਕਿ ਸਾਡੇ ਕੋਲ ਸ਼ੁਰੂਆਤ ਹੁੰਦੀ ਹੈ ਇਸ ਦੀ 1, 3, 5, 7, 9, 11, 13 ਇਸ ਤਰ੍ਹਾਂ ਚੱਲਦੀ ਹੋਈ ਜਿੰਨੀਆਂ ਵੀ ਕਲੀ ਵਾਲੀਆਂ ਰਕਮਾਂ, ਮਤਲਬ ਜੋਟੇ ਇੱਧਰੋਂ ਛੱਡ ਦਿਓ ਤਾਂ ਸਾਡੇ ਕੋਲ ਕੀ ਬਚ ਜਾਂਦੇ ਆ, ਬਾਕੀ ਵਿਸ਼ਮ ਸੰਖਿਆਵਾਂ ਬਚ ਜਾਂਦੀਆਂ ਨੇ। ਅਗਲੀ ਜੋ ਸੰਖਿਆ ਹੈ ਸਾਡੇ ਕੋਲ ਉਹ ਬਹੁਤ ਹੀ ਇੰਪੋਰਟੈਂਟ ਹੈ, ਔਰ ਅਗਲੀ ਸੰਖਿਆ ਲਗਭਗ ਮੈਥ ਦਾ ਅੱਧਾ ਸਿਲੇਬਸ ਸਾਡੇ ਕੋਲ ਕਵਰ ਕਰਦੀ ਹੈ। ਉਸ ਦੀ ਸਹਾਇਤਾ ਦੇ ਨਾਲ ਲਗਭਗ ਮੈਥ ਦਾ ਅੱਧਾ ਸਿਲੇਬਸ ਹੁੰਦਾ ਹੈ, ਔਰ ਲਗਭਗ ਪੂਰੇ ਜਿਹੜੇ ਅਸੀਂ 15 ਕੁਐਸਚਨ ਪੇਪਰ ਦੇ ਵਿੱਚ ਸੋਲਵ ਕਰਨੇ ਨੇ, 3 ਤੋਂ 4 ਕੁਐਸਚਨ
ਇਸੇ ਕੈਟੇਗਰੀ ਦੇ ਨਾਲ ਰਿਲੇਟਡ ਹੁੰਦੇ ਨੇ ਉਹ ਸੰਖਿਆ ਹੈ ਸਾਡੇ ਕੋਲ ਅਭਾਜ ਸੰਖਿਆ। ਮਤਲਬ ਹਿੰਦੀ ਦੇ ਵਿੱਚ ਇਸ ਨੂੰ ਬੋਲਿਆ ਜਾਂਦਾ ਹੈ ਅਭਾज्य ਸੰਖਿਆ। अभाज्य संख्या ਨੂੰ अंग्रेजी ਦੇ ਵਿੱਚ ਪ੍ਰਾਈਮ ਨੰਬਰ ਬੋਲਿਆ ਜਾਂਦਾ ਹੈ ਔਰ ਇਸ ਦੀ ਬਹੁਤ ਜ਼ਿਆਦਾ ਮਹੱਤਤਾ ਸਾਡੇ ਕੋਲ ਬੋਰਡ ਮਾਸ ਔਰ ਸਾਡੇ ਕੋਲ HCF LCM ਜਾਂ ਸਾਡੇ ਕੋਲ ਅਭਾज्य ਗੁਣਨਖੰਡ ਆਉਂਦੇ ਨੇ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰੋਲ ਨਿਭਾਉਂਦੀ ਹੈ ਇਹ ਸੰਖਿਆ। ਅਭਾਜ ਸੰਖਿਆ ਦੀ ਜੇ ਗੱਲ ਕਰੀਏ ਇਹ ਕਿਹੜੀ ਸੰਖਿਆ ਹੁੰਦੀ ਹੈ, ਇਸ ਦੀ ਮੈਂ ਪਰਿਭਾਸ਼ਾ ਥੋੜੀ ਹਿੰਦੀ ਦੇ ਵਿੱਚ ਲਿਖਦਾ ਔਰ ਪੰਜਾਬੀ ਦੇ ਵਿੱਚ ਸਮਝਾਉਂਗਾ, ਧਿਆਨ ਨਾਲ ਲਿਖਣਾ ਹੈ। ਜੋ संख्याएं खुद और एक को छोड़कर जो संख्याएं खुद और एक को छोड़कर किसी अन्य संख्या पर विभाजित न हो। मतलब अभाज्य संख्यावां ਉਹ ਸੰਖਿਆਵਾਂ ਹੁੰਦੀਆਂ ਹਨ ਜਿਹੜੀਆਂ ਸੰਖਿਆਵਾਂ ਖੁਦ ਨੂੰ ਛੱਡ ਕੇ ਤੇ ਇੱਕ ਨੂੰ ਛੱਡ ਕੇ ਹੋਰ ਕਿਸੇ ਵੀ ਸੰਖਿਆ ਦੇ ਉੱਪਰ ਭਾਗ ਨਹੀਂ ਹੁੰਦੀਆਂ। ਔਰ ਇਸ ਤਰ੍ਹਾਂ ਦੇ ਸ਼ਬਦ ਲਿਖਣ ਦਾ ਮਤਲਬ ਪਿਓਰ ਹਿੰਦੀ ਵਾਲੇ ਸ਼ਬਦ ਲਿਖਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਤੁਹਾਨੂੰ ਪੰਜਾਬੀ ਦੇ ਵਿੱਚ ਨਹੀਂ ਦੱਸਣਾ ਚਾਹੁੰਦੇ। ਮੈਂ ਇਹ ਸ਼ਬਦ ਇਸ ਕਰਕੇ ਲਿਖਦਾ ਹਾਂ ਕਿਉਂਕਿ ਤੁਹਾਡੇ ਕੋਲ ਪੇਪਰ ਦੇ ਵਿੱਚ ਜੋ ਸਟੇਟਮੈਂਟ ਆਏਗੀ ਉਹ ਇਹਨਾਂ ਸ਼ਬਦਾਂ ਦੇ ਨਾਲ ਲਿਖੀ ਹੋਈ ਆਏਗੀ ਔਰ ਉਹਨਾਂ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਦੱਸਣਾ ਹੀ ਸਾਡੇ ਚੈਨਲ ਦੀ ਇੱਕ ਖਾਸੀਅਤ ਮੈਂ ਮੰਨਦਾ ਹਾਂ ਕਿ ਇਸ ਨੂੰ ਅਸੀਂ ਪੰਜਾਬੀ ਦੇ ਵਿੱਚ ਪੂਰਾ ਕਨਵਰਟ ਕਰਕੇ ਦੱਸਣਾ ਇਸ ਦਾ ਪਲੱਸ ਪੁਆਇੰਟ ਹੈ। ਔਰ ਵਿਭਾਜਿਤ ਸ਼ਬਦ ਦਾ ਮਤਲਬ ਹੁੰਦਾ ਹੈ ਭਾਗ ਕਰਨਾ। ਮਤਲਬ ਜਿਹੜੀਆਂ ਰਕਮਾਂ, ਜਿਹੜੇ ਅੰਕ ਜਾਂ ਜਿਹੜੀਆਂ ਸੰਖਿਆਵਾਂ ਖੁਦ ਨੂੰ ਔਰ ਇੱਕ ਨੂੰ ਛੱਡ ਕੇ ਹੋਰ ਕਿਸੇ ਵੀ ਰਕਮ ਦੇ ਉੱਪਰ, ਹੋਰ ਕਿਸੇ ਵੀ ਅੱਖਰ ਦੇ ਉੱਪਰ ਭਾਗ ਨਹੀਂ ਹੁੰਦੀਆਂ ਉਹ ਰਕਮਾਂ ਅਭਾज्य ਹੁੰਦੀਆਂ ਹਨ। ਔਰ ਇਹਦੀ ਦੂਸਰੀ ਪਰਿਭਾਸ਼ਾ ਵੀ ਹੁੰਦੀ ਹੈ ਜਿਹਦੇ ਨਾਲ ਸਾਡਾ ਕੋਈ ਜ਼ਿਆਦਾ ਤਾਲੁਕ ਨਹੀਂ ਹੈ ਲੇਕਿਨ ਉਹ ਵੀ ਮੈਂ ਦੱਸ ਦਿੰਦਾ। ਔਰ ਕਮ ਸੇ ਕਮ ਉਸ ਰਕਮ ਦੇ 2 ਫੈਕਟਰ, 2 ਗੁਣਨਖੰਡ ਮਤਲਬ 2 ਭਾਗ ਕਰਨ ਵਾਲੇ ਅੱਖਰ ਖੁਦ ਔਰ ਇੱਕ ਹੋਣਾ ਜ਼ਰੂਰੀ ਹੈ। ਤਾਂ ਅਸੀਂ ਇਹਨਾਂ ਨੂੰ ਦੇਖਦੇ ਹਾਂ ਵੀ ਇਹ ਕਿਹੜੀਆਂ-ਕਿਹੜੀਆਂ ਰਕਮਾਂ ਹੁੰਦੀਆਂ ਨੇ। ਤਾਂ ਸਾਡੇ ਕੋਲ ਅਭਾज्य ਸੰਖਿਆਵਾਂ ਦੀ ਜੋ ਗਿਣਤੀ ਹੈ ਉਹਨਾਂ ਨੂੰ ਆਪਾਂ ਦੇਖਦੇ ਹਾਂ ਵੀ ਕਿਸ ਤਰ੍ਹਾਂ ਉਹ ਸਾਰੀਆਂ 1 ਤੋਂ ਲੈ ਕੇ 100 ਤੱਕ ਹੁੰਦੀਆਂ ਨੇ। ਤਾਂ ਸਭ ਤੋਂ ਪਹਿਲੀ ਜੋ ਅਭਾज्य ਸੰਖਿਆ ਹੈ ਔਰ ਸਭ ਤੋਂ ਛੋਟੀ ਹੈ ਔਰ ਇਸ ਤੋਂ ਰਿਲੇਟਡ 2014 ਦੇ ਵਿੱਚ ਸਵਾਲ ਵੀ ਆਇਆ ਸੀ, ਉਸ ਦੀ ਵੀ ਆਪਾਂ ਡਿਸਕਸ਼ਨ ਕਰਾਂਗੇ। 2 3 5 7 11 13 17 19 ਇਸ ਤਰ੍ਹਾਂ ਕਰਦੇ ਹੋਏ ਸਾਡੇ ਕੋਲ 97 ਲਾਸਟ ਸੰਖਿਆ ਹੈ ਜੋ 100 ਤੋਂ ਪਹਿਲਾਂ ਆਉਂਦੀ ਹੈ। ਜੇ ਇਹਦੀ ਗਿਣਤੀ ਨਾਲ ਰਿਲੇਟਡ ਸਵਾਲ ਦੀ ਗੱਲ ਕਰੀਏ ਤਾਂ ਇਸ ਤੋਂ 3 ਪ੍ਰਕਾਰ ਦੇ ਸਵਾਲ ਬਣਦੇ ਨੇ। ਪਹਿਲਾ ਸਵਾਲ 1 ਤੋਂ ਲੈ ਕੇ 100 ਤੱਕ ਅਭਾਜ ਸੰਖਿਆਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ। 1 ਤੋਂ ਲੈ ਕੇ 100 ਤੱਕ ਅਭਾਜ ਸੰਖਿਆਵਾਂ ਦੀ ਗਿਣਤੀ ਹੈ ਜੋ ਉਹ 25 ਹੁੰਦੀ ਹੈ। ਔਰ ਦੂਸਰਾ ਸਵਾਲ ਬਣਦਾ ਹੈ 1 ਤੋਂ ਲੈ ਕੇ 50 ਤੱਕ ਅਭਾਜ ਸੰਖਿਆਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ। 1 ਤੋਂ ਲੈ ਕੇ 50 ਤੱਕ ਜੋ ਅਭਾਜ ਸੰਖਿਆ ਹਨ ਉਹ 15 ਹੁੰਦੀਆਂ ਨੇ। ਔਰ ਤੀਸਰਾ ਸਵਾਲ ਜੋ ਬਣਦਾ ਹੈ 50 ਤੋਂ ਲੈ ਕੇ 100 ਤੱਕ ਅਭਾਜ ਸੰਖਿਆਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਤਾਂ ਉਹ ਕਿੰਨੀ ਹੈ ਸਾਡੇ ਕੋਲ 10। ਤਾਂ ਟੋਟਲ 15 ਔਰ 10 25 ਹੋ ਗਈਆਂ। ਹੁਣ ਅਸੀਂ ਗੱਲ ਕਰੀਏ ਇਸ ਅੱਖਰ ਦੀ। ਅਗਰ ਤੁਸੀਂ ਸਾਰੀਆਂ ਅੰਕਾਂ ਦੇ ਉੱਤੇ, ਸਾਰੀਆਂ ਸੰਖਿਆਵਾਂ ਦੇ ਉੱਤੇ ਨਿਗਾਹ ਮਾਰੋ ਤਾਂ ਤੁਹਾਨੂੰ ਸਾਰੀਆਂ ਦੀਆਂ ਸਾਰੀਆਂ ਰਕਮਾਂ ਕਲੀ ਵਾਲੀਆਂ ਮਤਲਬ ਵਿਸ਼ਮ ਸੰਖਿਆਵਾਂ ਨਜ਼ਰ ਆਉਣਗੀਆਂ। ਲੇਕਿਨ ਜੇ ਤੁਸੀਂ ਇਕੱਲੇ ਪਹਿਲੀ ਸੰਖਿਆ ਦੀ ਗੱਲ ਕਰੋ ਤਾਂ ਇਸ 2 ਨੂੰ ਦੇਖੋ ਤਾਂ ਇਹ ਇਕੱਲਾ ਹੀ ਜੋਟਾ ਹੈ, ਜਿਸਤ ਹੈ, ਮਤਲਬ ਸਮ ਸੰਖਿਆ ਹੈ, ਈਵਨ ਨੰਬਰ ਹੈ। ਤਾਂ ਅਭਾज्य ਸੰਖਿਆ ਨੂੰ ਅਸੀਂ ਸਭ ਤੋਂ ਪਹਿਲਾਂ ਸਮਝਾਂਗੇ, ਫਿਰ ਇਸ ਅੱਖਰ ਦੇ ਉੱਤੇ ਜਿਹੜਾ ਸਵਾਲ ਆਉਂਦਾ ਹੈ 2014 ਦੇ ਵਿੱਚ ਆਇਆ ਵੀ ਸੀ ਤਾਂ ਉਸ ਦੀ ਵੀ ਅਸੀਂ ਡਿਸਕਸ਼ਨ ਕਰਾਂਗੇ ਵੀ ਕੀ ਪੁੱਛਿਆ ਗਿਆ ਸੀਗਾ। ਤਾਂ ਅਭਾज्य ਸੰਖਿਆ ਦੀ ਜੋ ਮੈਂ ਪਰਿਭਾਸ਼ਾ ਲਿਖੀ ਹੈ ਉਹ ਹੈ ਉਹ ਸੰਖਿਆਵਾਂ ਜਿਹੜੀਆਂ ਖੁਦ ਨੂੰ ਔਰ ਇੱਕ ਨੂੰ ਛੱਡ ਕੇ ਹੋਰ ਕਿਸੇ ਵੀ ਰਕਮ ਦੇ ਉੱਪਰ ਭਾਗ ਨਹੀਂ ਹੁੰਦੀਆਂ। ਜਿਵੇਂ ਕਿ ਅਸੀਂ ਗੱਲ ਕਰੀਏ 23 ਦੀ। 23 ਜੋ ਹੈ ਉਹ ਜਾਂ ਤਾਂ ਖੁਦ ਦੇ ਉੱਪਰ ਭਾਗ ਹੋਏਗਾ, ਹੋਰ ਉਹ ਕਿਸੇ ਵੀ ਅੱਖਰ ਤੇ ਨਹੀਂ ਭਾਗ ਹੋਏਗਾ, ਜਾਂ ਜੋ 23 ਹੈ ਉਹ ਕੀ ਹੈ ਸਾਡੇ ਕੋਲ 1 ਦੇ ਉੱਪਰ ਭਾਗ ਹੋਏਗਾ। ਮਤਲਬ ਅਸੀਂ ਉਸ ਨੂੰ ਜਦੋਂ ਭਾਗ ਕਰਾਂਗੇ ਤਾਂ ਸਾਡੇ ਕੋਲ ਹੋਰ ਕੋਈ ਵੀ ਅੱਖਰ ਇਹੋ ਜਿਹਾ ਨਹੀਂ ਹੋਏਗਾ ਜਿਹੜਾ ਉਸ ਅੱਖਰ ਨੂੰ 23 ਨੂੰ ਆਪਣੇ ਪਹਾੜੇ ਦੇ ਵਿੱਚ ਲੈ ਕੇ ਆਉਂਦਾ ਹੋਵੇ। ਤਾਂ ਇਹਦਾ 23 ਦਾ ਜੇ ਅਸੀਂ ਗੁਣਨਖੰਡ ਦੀ ਗੱਲ ਕਰੀਏ, ਭਾਗ ਕਰਨ ਵਾਲੇ ਅੱਖਰ ਦੇਖੀਏ 23 ਔਰ 1 2 ਹੀ ਗੁਣਨਖੰਡ ਨੇ, ਮਤਲਬ 2 ਹੀ ਅੱਖਰ ਨੇ ਜਿਹੜੇ 23 ਨੂੰ ਪੂਰਾ ਭਾਗ ਕਰਦੇ ਨੇ।
मतलब जे मैं 23 की गल करा तो दूसरी परिभाषा मैं तुहानूं बोली सी कि पहली परिभाषा की कहती है कि वो संख्यावां जिहड़ियां खुद और एक ते भाग हुंदियां ने, मतलब खुद और एक नूं छड्ड के होर किसी ते भाग नहीं हुंदियां। जां मैं दूसरी परिभाषा बोली सी कि हर एक वो संख्या अभाज्य संख्या हुंदी है जिहड़ी इस परिभाषा दे नाल नाल दूसरी परिभाषा नूं भी पूरी करे, जिहड़ी की है कि उसके कम से कम 2 फैक्टर, 2 गुणनखंड, 2 भाग करन वाले अखर होने चाहिए ने। इस गल नूं मेरा कहण दा मतलब यह है, कई बार बच्चे कन्फ्यूज़ हुंदे ने जां कई बार बच्चे सवाल भी चुकते हैं, वो कहते हैं कि एक भी तो यह जी रकम है कि जिहड़ी किसी होर अखर दे पहाड़े च नहीं आउंदी, बट एक नूं जो भाग करन वाला अखर है वो सिर्फ एक है, इस नूं भाग करन वाला दूजा अखर मतलब दूसरा फैक्टर नहीं है साडे कोल, इस करके यह अभाज्य संख्या की कैटेगरी तो बाहर हो जाती है। हुण जो साडा अगला सवाल है जो मैं तुहानूं छड्डिया सी पहलां कि 2 अखर दे रिलेटिड 2014 दे विच सवाल पूछा गया सी जो अभाज्य संख्या दे नाल रिलेटिड सी। की पूछा गया सी कि सब तो पहले वारी सवाल आया सी कि सब तो छोटी अभाज्य संख्या किहड़ी है, तो वो की है 2। जां सानू पूछा गया सीगा कि सब तो छोटी और जां यह जी संख्या जिहड़ी कि सम भी है और अभाज्य भी है वो किहड़ी है, तो वो संख्या है 2। इस दे नाल रिलेटिड कुछ जो सवाल ने वो इन्हां जोटियां दे रिलेटिड भी आउंदे ने, जिवें 2 ते 3, 3 ते 5, 5 ते 7, 11 ते 13, 17 और 19, 29 और 21, 41 और 43, 59 और 61 और 71 ते 73। ये जिहड़े यह जे जोटे ने इन्हां दी संख्या है जो सॉरी मैं 2 ते 3 की गलत परिभाषा दे गया, 2 ते 3 इस दे विच ऐड नहीं हुंदे। जे असीं गल करिए इस तरह के जोटे जिन्हां दे विचाले यह जिहियां 2 अभाज्य संख्यावां जिन्हां दे विचाले 2 दा फर्क हुंदा है, जिवें 3 ते 5 दे विचाले 2 का फर्क है, 7 चों 5 घटाया मतलब 2 का फर्क है, 11 ते 13 के विचाले भी 2 का फर्क है। तो गैप की है साडे कोल जिन्हां दे विचाले अंतर 2 का है, जे उन्होंने घटाइए तो 2 अंतर आता है। इन्हां दे रिलेटिड भी सवाल पूछे जाते हैं, लेकिन उस कैटेगरी की असीं बाद दे विच गल करांगे की हुंदी है, अभाज्य हुंदी है, की हुंदी है, उसनूं किस तरह के सवाल पूछे जाते हैं, उन्हां दे रिलेटिड आपां अड्ड तो एक करांगे, उन्हां दी कैटेगरीज़ नूं भी बाकी किन्नियां चाहीदियां ने। तां असीं हुण अगे वधदे हां। तो हुण जो असीं संख्यावां कीतियां उन्हां संख्यावां दी जो गिणती है उन्हां दी गल करांगे असीं, क्योंकि साडे कोल अगले जो चैप्टर दे विच असीं करना है इन्हां संख्यावां दा जोड़ करना है, उस दी गल असीं करांगे। तां असीं इहदी अज गिणती दी गल करदे हां। गिणती दा मतलब की है कि असीं इन्हां दियां संख्यावां दी जो गिणती है जिन्नियां रकमां नूं असीं अगले चैप्टर दे विच जोड़ना सीखना है, तां जोड़ दे सवाल ने जो इहदे रिलेटिड असीं करांगे कि साडे कोल जिहड़ियां रकमां नूं जोड़ना है उन्हां दी गिणती किस तरह असीं काउंट करदे हां, और इस दे विच बच्चे बहुत ज़्यादा कन्फ्यूज़ रहिंदे ने। जिवें कि ज़्यादातर साडे कोल सवाल आउंदा है कि सानूं कह दिंदे ने कि 0 तो लैके 25 तक पूर्ण संख्यावां दा जोड़ करो, ठीक है जी। तो 0 तो लैके 25 तक पूर्ण संख्यावां दे जोड़ दे विच सब तो साडे कोल महत्वपूर्ण गल है, जोड़ दी तां असीं गल करांगे नैक्सट वीडियो दे विच, बट साडे कोल जो इत्थे महत्वपूर्ण गल है जिस दी असीं गल करनी है वो साडे कोल है कि इहदी गिणती किन्नी है जिहड़ियां रकमां नूं असीं जोड़ना है। तो 1 तो लैके 25 तक जो रकमां ने, 1 तो लैके 25 तक जो रकमां ने सानूं पता है उन्हां दी संख्या किन्नी है साडे कोल 25, और 0 नूं तुसीं छड्डना नहीं है, 0 दी संख्या भी विच ऐड करनी है। और हुण साडे कोल टोटल जो संख्या है उस दी गल करिए उसनूं n कहा जाता है। हुण इहदे विच 0 तो लैके 25 तक जिन्नियां रकमां ने वो साडे कोल रकमां ने 26। अगली साडे कोल है प्राकृत संख्या की जे गल करिए, वो कहते 1 तो लैके 25 तक प्राकृत संख्या का जोड़ करो। तो इसकी जे गिणती की असीं गल करिए, इसकी गिणती साडे कोल बड़ी ही सिंपल हुंदी है, और इस दे विच साडे कोल ज़्यादा कोई हेर फेर जां साडे कोल ज़्यादा कोई बलपूर्ण सवाल नहीं आउंदा। तो 1 तो लैके 25 तक सब नूं पता है साडे कोल जिहड़ी गिणती है वो साडे कोल इन्हां रकमां की गिणती 25 बनती है। इस तो बाद साडे कोल सम और विषम की गल करांगे। जे असीं सम और विषम की गल करिए, मतलब साडे कोल हुण रकमां ने जिस्त और टांक। जे असीं जिस्त ते टांक संख्यावां की गल करिए तो इन्हां दी गिणती साडे कोल हमेशा ही अद्धो अध हुंदी है। जिवें 1 तो लैके 20 तक जे मैं विषम संख्यावां की जां साडे कोल सम संख्यावां की गिणती की गल करां तो हमेशा 10 हुंदी है। साडे कोल एंड वाला अखर देखांगे असीं की करना, उहदा अध करना है। तो साडे कोल 1 तो लैके 20 तक जो सम संख्यावां ने वो किन्नियां ने साडे कोल 10 ने। उस तरह साडे कोल यह सम भी इसे तरह ही हुंदी है और विषम भी ऐसे ही तरह हुंदी है।
ਹੁਣ ਕਈ ਵਾਰ ਕੀ ਹੁੰਦਾ ਹੈ, ਇਸ ਦੇ ਵਿੱਚ ਵਲ ਫੇਰ ਵਾਲਾ ਸਵਾਲ ਆ ਜਾਂਦਾ ਹੈ ਤਾਂ ਬੱਚੇ ਉਲਝਦੇ ਕਿੱਥੇ ਨੇ। ਉਹ ਸਾਨੂੰ ਸਵਾਲ ਦੇ ਦਿੰਦਾ ਹੈ ਕਿ 1 ਤੋਂ ਲੈ ਕੇ 21 ਤੱਕ ਸਮ ਸੰਖਿਆਵਾਂ ਦੀ ਗਿਣਤੀ ਕਿੰਨੀ ਹੈ। 1 ਤੋਂ ਲੈ ਕੇ 21 ਤੱਕ ਜੇ ਮੈਂ ਸਮ ਦੀ ਗੱਲ ਕਰਾਂ, ਜੇ ਮੈਂ ਸਮ ਸੰਖਿਆਵਾਂ ਦੀ ਗਿਣਤੀ ਦੀ ਗੱਲ ਕਰਾਂ ਵੀ ਕਿੰਨੇ n ਨੇ, ਉਹਦੇ ਵਿੱਚ ਕਿੰਨੀਆਂ ਰਕਮਾਂ ਦਾ ਅਸੀਂ ਜੋੜ ਕਰਨਾ ਹੈ, ਤਾਂ 1 ਤੋਂ ਲੈ ਕੇ 21 ਦੀ ਗੱਲ ਕਰੋ। ਔਰ 21 ਨੂੰ ਜੇ ਮੈਂ ਛੱਡ ਕੇ ਇੱਥੇ 20 ਲਿਖਾਂ ਤਾਂ ਮੈਨੂੰ ਪਤਾ ਹੈ ਕਿ 21 ਕੀ ਇੱਕ ਵਿਸ਼ਮ ਸੰਖਿਆ ਹੈ, ਇਸ ਨੂੰ ਅਸੀਂ ਸਮ ਸੰਖਿਆ ਦੀ ਗਿਣਤੀ ਦੇ ਵਿੱਚ ਐਡ ਨਹੀਂ ਕਰਨਾ, ਤਾਂ ਸਾਨੂੰ ਇਸ ਨੂੰ ਛੱਡਣਾ ਪਏਗਾ। ਤਾਂ ਹੁਣ 1 ਤੋਂ ਲੈ ਕੇ 20 ਤੱਕ ਹੀ ਉਹ ਪੁੱਛਦਾ ਹੈ, ਸਮ ਸੰਖਿਆ ਦੀ ਜੇ ਗੱਲ ਕਰਦਾ ਹੈ ਉਲਝਾ ਕੇ ਤੁਹਾਨੂੰ ਦਿੰਦਾ ਹੈ 1 ਤੋਂ 21, ਲੇਕਿਨ 21 ਦਾ ਅੱਧ ਨਹੀਂ ਅਸੀਂ ਕਰਨਾ ਹੈ, ਅਸੀਂ 20 ਦਾ ਅੱਧ ਕਰਕੇ ਸਮ ਸੰਖਿਆ ਦੀ ਗਿਣਤੀ ਨੂੰ 10 ਹੀ ਲਿਖਣਾ ਹੈ। ਉਸੇ ਤਰ੍ਹਾਂ ਲੇਕਿਨ ਜੇ ਉਹ 1 ਤੋਂ ਲੈ ਕੇ 21 ਤੱਕ 1 ਤੋਂ ਲੈ ਕੇ 21 ਤੱਕ ਵਿਸ਼ਮ ਸੰਖਿਆ ਦੀ ਗੱਲ ਕਰੇਗਾ, ਸਵਾਲ ਦੇ ਵਿੱਚ 1 ਤੋਂ ਲੈ ਕੇ 21 ਤੱਕ ਵਿਸ਼ਮ ਸੰਖਿਆ ਦੀ ਗੱਲ ਕਰੇਗਾ, ਤਾਂ ਇੱਥੇ ਸਾਡੇ ਕੋਲ ਜੋ ਗਿਣਤੀ ਹੈ ਹੁਣ 21 ਦੀ ਜੇ ਲਾਸਟ ਅੱਖਰ ਦੀ ਗੱਲ ਕਰੀਏ, ਐਂਡਿੰਗ ਪੁਆਇੰਟ ਦੀ ਗੱਲ ਕਰੀਏ, ਤਾਂ ਉਹ ਸਾਡੇ ਕੋਲ ਲਾਸਟ ਅੱਖਰ ਹੈ ਜੋ ਉਹ ਖੁਦ ਇੱਕ ਵਿਸ਼ਮ ਸੰਖਿਆ ਹੈ। ਤਾਂ ਹੁਣ ਅਸੀਂ ਇੱਥੇ 22 ਨੂੰ ਐਡ ਕਰਾਂਗੇ ਤਾਂ ਸਾਡੇ ਕੋਲ 22 ਕੀ ਹੈ, ਇੱਕ ਸਮ ਸੰਖਿਆ ਹੈ ਜਿਸ ਨੂੰ ਅਸੀਂ ਵਿਸ਼ਮ ਸੰਖਿਆ ਦੀ ਕੈਟੇਗਰੀ 'ਚ ਐਡ ਨਹੀਂ ਕਰਦੇ ਹੁੰਦੇ। ਔਰ 22 ਨੂੰ ਅਸੀਂ ਅੱਧ ਕਰਕੇ ਹੁਣ ਵਿਸ਼ਮ ਸੰਖਿਆਵਾਂ ਦੀ ਗਿਣਤੀ ਹੈ ਜੋ ਸਾਡੇ ਕੋਲ ਉਹ 11 ਆ ਜਾਂਦੀ ਹੈ। ਇਸ ਤਰ੍ਹਾਂ ਅਸੀਂ ਇਸ ਦੀ ਜੋ ਗਿਣਤੀ ਦੇ ਉੱਪਰ ਪੂਰਾ ਧਿਆਨ ਦੇਣਾ ਹੈ। ਅਗਲੇ ਕਲਾਸ ਦੇ ਵਿੱਚ, ਅਗਲੀ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੀ ਗਿਣਤੀ ਦੀ ਜੋ ਮੈਂ ਤੁਹਾਡੇ ਕੋਲ ਇੱਕ ਤਰ੍ਹਾਂ ਦਾ ਇੱਕ ਟੌਪਿਕ ਰੱਖਿਆ ਹੈ, ਇਸ ਨੂੰ ਅਸੀਂ ਅਗਲੀ ਕਲਾਸ ਦੇ ਵਿੱਚ, ਅਗਲੀ ਵੀਡੀਓ ਦੇ ਵਿੱਚ ਦੇਖਾਂਗੇ ਕਿ ਕਿਸ ਤਰ੍ਹਾਂ ਇਹ ਵਰਕ ਕਰਦੀ ਹੈ ਔਰ ਕਿਸ ਤਰ੍ਹਾਂ ਸਾਨੂੰ ਇਸ ਦੇ ਉਲਝਵੇਂ ਸਵਾਲ ਆਉਂਦੇ ਨੇ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ। ਰੱਬ ਰੱਖਾ।